ज्यों बुलाए त्यों बोलिए, जहाँ आप बुलाए सोए। गुरमुख बानी ब्रह्म है, शब्द मिलावा होए। सज्जन सच्चा पातशाह, सिर साहंद साहो। जिस पास बैठियाँ सोहिए, सब नांदा वेसाहो। सतनाम श्री वाहेगुरु साहिब जी। गोंड महला पंजवा। धूप दीप सेवा गोपाल, अनक बार बंदन करतार। प्रभ की शरण गही सब त्याग, गुर सो प्रसन्न भये वड भाग। धूप दीप सेवा गोपाल, अनक बार बंदन करतार। प्रभ की शरण गही सब त्याग, गुर सो प्रसन्न भये वड भाग। आठ पहर गाइया गोबिंद, तन धन प्रभ का प्रभ की जिंद रहाओ। हर गुण रमत भये आनंद, पार ब्रह्म पूरन बख्शंद। कर कृपा जन सेवा लाए, जन्म मरण दुख मेट मिलाए। कर्म धर्म एहो तत् ज्ञान, साध संग जपिया हर नाम। सागर तर बोहित प्रभ चरण, अंतर जामी प्रभ कारण करण। राख लिए अपनी कृपा धार, पंचदूत भागे विकराल। जूए जन्म ना कबहू हार, नानक का अंग किया करतार। राख लिए अपनी कृपा धार, पंचदूत भागे विकराल। जूए जन्म ना कबहू हार, नानक का अंग किया करतार। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਅਨੰਤ ਬਖਸ਼ਿਸ਼ ਰਹਿਮਤ ਵਰਤਾਵਨ ਹਾਰੇ ਜਿਨ੍ਹਾਂ ਦੇ ਸੰਗ ਵਿੱਚ ਬੈਠੇ ਆ ਅਲੌਕਿਕ ਜਿਹਾ ਆਨੰਦ ਭਰ ਜਾਂਦਾ ਹੈ। ਜਿਨ੍ਹਾਂ ਦੀ ਸੰਗਤ ਕੀਤੀ ਆ ਮਨ ਸ਼ਾਂਤ ਅਵਸਥਾ ਵਿੱਚ ਚਲਾ ਜਾਂਦਾ ਹੈ। ਜਿੱਥੇ ਬੈਠੇ ਆ ਦੁਨੀਆ ਭੁੱਲ ਜਾਂਦੀ ਹੈ, ਵਾਹਿਗੁਰੂ ਚੇਤੇ ਆਉਣ ਲੱਗਦਾ ਹੈ। ਐਸੀ ਅਨੰਤ ਬਖਸ਼ਿਸ਼ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਰੋਜ਼ ਦੀ ਮਰਿਆਦਾ ਅਨੁਸਾਰ ਪ੍ਰਕਾਸ਼ਮਾਨ ਹੁੰਦੇ ਆ। ਅੱਜ ਦੇ ਪਾਵਨ ਮੁੱਖ ਵਾਕ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ ਹੈ। ਕੁਝ ਸੰਗਤਾਂ ਦਰਬਾਰ ਹਾਲ ਵਿੱਚ ਬੈਠ ਕੇ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ PTC ਪੰਜਾਬੀ ਚੈਨਲ ਰਾਹੀਂ ਦੂਰ ਦੁਰਾਡੇ ਆਪਣੇ ਆਪਣੇ ਅਸਥਾਨਾਂ 'ਤੇ ਬੈਠ ਕੇ ਸਾਂਝ ਪਾਈ ਬੈਠੇ ਹੋ। ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਇਸ ਪਾਵਨ ਸ਼ਬਦ ਦਾ ਰਸ ਕੰਨਾਂ ਦੇ ਕਟੋਰਿਆਂ ਰਾਹੀਂ ਪੀਵਨਾ ਕਰੀਏ। ਸੁਰਤ ਟਿਕੇ, ਸ਼ਰਧਾ ਅੰਦਰ ਭਰੇ, ਪ੍ਰੇਮ ਰਸ ਵਿੱਚ ਵਲੀਨ ਹੋ ਕੇ ਅੰਦਰ ਸ਼ਬਦ ਨੂੰ ਸੰਗ੍ਰਹਿ ਕਰਨ ਦੀ ਬਿਰਤੀ ਬਣਾ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਅੰਦਰ ਹਿਰਦੇ ਵਿੱਚ ਟਿਕਾਉਣ ਵਾਸਤੇ ਆਓ ਸਾਹਿਬ ਦੀ ਅਸੀਸ ਲਈਏ। ਗੁਰਦੇਵ ਬਖਸ਼ਿਸ਼ ਕਰਕੇ ਜਿਸ ਪਾਵਨ ਹੁਕਮ ਨੂੰ ਸ਼ਬਦ ਰੂਪ ਵਿੱਚ ਵਰਣਨ ਕਰਕੇ ਫਰਮਾਨ ਕਰ ਗਏ ਨੇ, ਆਓ ਉਸ ਸ਼ਬਦ ਨਾਲ ਮਾਲਕ ਆਪ ਰਹਿਮਤ ਕਰਕੇ ਸ਼ਬਦ ਦੀ ਵਿਚਾਰ ਕਰਨ ਦੀ ਤੇ ਕੀਤੀ ਹੋਈ ਸ਼ਬਦ ਵਿਚਾਰ ਨੂੰ ਦਾਸਰੇ ਅਤੇ ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਟਿਕਾਵਨ ਦੀ ਮੇਰੇ ਮਾਲਕ ਆਪ ਕਿਰਪਾ ਕਰਨ ਜੀ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 866 ਅੰਗ ਤੇ ਸੁਭਾਈਮਾਨ ਹੈ। ਰਾਗ ਗੌਂਡ ਹੈ। ਉਚਾਰਨ ਕਰਨ ਵਾਲੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦਿਆਂ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾਂ। ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ। ਕੁਝ ਧਰਮ ਦੀ ਦੁਨੀਆ ਵਿੱਚ ਲੋਕ ਕਿਸੇ ਆਪਣੇ ਇਸ਼ਟ ਅੱਗੇ ਧੂਪ ਦਿਖਾਉਂਦੇ ਨੇ ਤੇ ਦੀਪ ਜਗਾਉਂਦੇ ਨੇ, ਜੋਤ ਜਗਾਉਂਦੇ ਨੇ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ, ਅਗਰ ਉਸ ਗੋਪਾਲ ਤਮਾਮ ਧਰਤੀ ਦੀ ਪ੍ਰਤਪਾਲਨਾ ਕਰਨ ਵਾਲੇ ਦੀ ਸੇਵਾ ਵਿੱਚ ਜੁੜ ਜਾਈਏ, ਸਮਝ ਲੈਣਾ ਸਾਡੀ ਧੂਪ ਤੇ ਦੀਪ ਦੀ ਪ੍ਰਕਿਰਿਆ ਸੰਪੂਰਨ ਹੋ ਗਈ। ਇਹ ਸੱਚ ਹੈ। ਉਹ ਧੂਪ ਦਿਖਾਈ ਗਈ ਜਿਸ ਨਾਲ ਖੁਸ਼ਬੂ ਫੈਲੇ, ਉਹ ਦੀਪ ਜਗਾਇਆ ਗਿਆ ਜਿਸ ਨਾਲ ਲौ ਹੋ ਜਾਏ, ਪ੍ਰਕਾਸ਼ ਹੋ ਜਾਏ। ਅਗਰ ਠਾਕਰ ਦੀ, ਵਾਹਿਗੁਰੂ ਜੀ ਦੀ, ਗੋਪਾਲ ਦੀ ਸੇਵਾ ਵਿੱਚ ਜੁੜ ਜਾਈਏ, ਸਮਝ ਲੈਣਾ ਉਸ ਸੇਵਾ ਦੀ ਖੁਸ਼ਬੂ ਤਮਾਮ ਸੰਸਾਰ 'ਤੇ ਫੈਲ ਜਾਂਦੀ ਹੈ।
ਅਤੇ ਉਹ ਅੰਦਰ ਹਿਰਦਾ ਅੰਧੇਰੇ ਵਿੱਚ ਨਹੀਂ ਜੀਂਦਾ, ਅੰਦਰ ਇੱਕ ਪ੍ਰਕਾਸ਼ ਗਿਆਨ ਦਾ ਐਸਾ ਇੱਕ ਜੋਤ ਜਾ ਕੇ ਮੈਂ ਅਰਜ਼ ਕਰਦੀ ਹਾਂ, ਅੰਧੇਰਾ ਦੂਰ ਕਰਨ ਵਾਲਾ ਦੀਪਕ ਜਨ ਦੱਸਦਾ ਹੈ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਤੋ ਗੋਪਾਲ ਦੀ ਸੇਵਾ ਕੀ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਜਦ ਤੁਸੀਂ ਖਲਕਤ ਦੀ ਸੇਵਾ ਵਿੱਚ ਜੁੜ ਜਾਂਦੇ ਹੋ, ਇਹ ਸਮਝ ਲੈਣਾ ਉਹ ਠਾਕਰ ਦੀ ਸੇਵਾ ਹੋ ਗਈ ਹੈ। ਮੈਂ ਇੱਕ ਧਰਮ ਗ੍ਰੰਥ ਦਾ ਅਧਿਐਨ ਕਰਦਿਆਂ ਇੱਕ ਬੜੀ ਭਾਵਪੂਰਤ ਗਾਥਾ ਪੜ੍ਹੀ। ਕਹਿੰਦੇ ਨੇ ਇੱਕ ਆਪਣੇ ਇਸ਼ਟ ਅੱਗੇ ਧਾਰਮਿਕ ਵਿਅਕਤੀ ਰੋਜ਼ ਧੂਪ ਤੁਖਾਂਦਾ ਪਰ ਗੱਲ ਨਾ ਬਣਦੀ। ਇੱਕ ਦਿਨ ਅੰਦਰ ਸੋਚ ਪੈਦਾ ਹੋਈ ਤੇ ਪੁਕਾਰ ਕਰਕੇ ਕਹਿੰਦਾ ਹੈ ਭਗਵਾਨ, ਮੈਂ ਰੋਜ਼ ਤੇਰੇ ਅੱਗੇ ਧੂਪ ਤੁਖਾਈ, ਮੇਰੀ ਸੁਗੰਧੀ ਤੇਰੇ ਤੱਕ ਨਹੀਂ ਪਹੁੰਚੀ। ਤੇ ਕਹਿੰਦੇ ਗੈਬੀ ਆਵਾਜ਼ ਨੇ ਵਾਪਸੀ ਜਵਾਬ ਦਿੱਤਾ, ਐ ਧਰਮ ਦੇ ਮਾਰਗ ਤੇ ਚੱਲਣ ਵਾਲਿਆ, ਮੇਰੇ ਅੱਗੇ ਤੇ ਧੂਪ ਤੁਖਾਂਦਾ ਪਰ ਖਲਕਤ ਨਾਲ ਤੂੰ ਨਫ਼ਰਤ ਰੱਖਦੇ ਆ। ਅੰਦਰ ਭਾਵਨਾ ਵਿੱਚ ਇਹ ਵੈਸ਼ ਹੈ, ਇਹ ਸ਼ੂਦਰ ਹੈ, ਉਹ ਨਫ਼ਰਤ ਦੀ ਭਾਵਨਾ ਦੀ ਬਦਬੂ ਤੇ ਮੇਰੇ ਤੱਕ ਪਹੁੰਚ ਗਈ ਹੈ, ਪਰ ਤੇਰੀ ਬਾਹਰ ਦੀ ਧੂਪ ਦੀ ਖੁਸ਼ਬੂ ਕੀ ਕਰੇਗੀ। ਇਹ ਹਕੀਕਤ ਹੈ। ਜਦੋਂ ਇਹ ਜਾਣਿਆ, ਉਹ ਠਾਕਰ, ਉਹ ਗੋਪਾਲ, ਉਹ ਵਾਹਿਗੁਰੂ ਜੀ ਸਭ ਵਿੱਚ ਰਹਿੰਦਾ। ਮੈਂ ਕਿਸੇ ਗਰੀਬ ਦੀ ਬਾਂਹ ਫੜਦੀ ਹਾਂ, ਕਿਸੇ ਲੋੜਵੰਦ ਦੀ ਸਹਾਇਤਾ ਕਰਦੀ ਹਾਂ, ਕਿਤੇ ਸਾਧ ਸੰਗਤ ਜਿਨ੍ਹਾਂ ਵਿੱਚ ਆਪ ਪਰਮੇਸ਼ਰ ਵਸਿਆ ਹੋਇਆ, ਉਹ ਸੇਵਾ ਕਰਦਿਆਂ ਕਦਮ ਉਠਾ ਲਾਂ, ਮੇਰੀ ਧੂਪ ਧੁੱਪ ਗਈ, ਮੇਰਾ ਦੀਪ ਜਗ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜਗਨਨਾਥਪੁਰੀ ਜਾਂਦੇ ਨੇ ਨਾ, ਉਸ ਸਮੇਂ ਆਰਤੀ ਕਰਨ ਵਾਲਿਆਂ ਨੇ ਜਦੋਂ ਆਰਤੀ ਅਰੰਭੀ ਉੱਠ ਖਲੋਤੇ, ਗੁਰੂ ਬਾਬਾ ਜੀ ਬੈਠੇ ਰਹੇ, ਗਿਲਾ ਸ਼ਿਕਵਾ ਕੀਤਾ, ਤੁਸੀਂ ਸਾਡੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਮੇਰੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਮੇਰੀ ਆਰਤੀ ਵਿੱਚ ਸ਼ਾਮਲ ਨਹੀਂ ਹੋ ਰਹੇ, ਮੈਂ ਤੁਹਾਡੀ ਆਰਤੀ ਵਿੱਚ ਕੀ ਸ਼ਾਮਲ ਹੋਵਾਂ। ਤੁਸੀਂ ਆਰਤੀ ਕਰਦੇ ਹੋ, ਪਰ ਜਿਹੜੀ ਆਰਤੀ ਵਿੱਚ ਮੈਂ ਸ਼ਾਮਲ ਹਾਂ ਉਹ ਆਰਤੀ ਕੀਤੀ ਨਹੀਂ ਜਾਂਦੀ, ਆਰਤੀ ਹੋ ਰਹੀ ਹੈ। ਕੈਸੀ ਆਰਤੀ ਹੋਏ, ਉੱਥੇ ਕਹਿ ਦਿੱਤਾ ਸੀ, ਤੁਸੀਂ ਬਾਹਰ ਦੀਪਕ ਜਗਾਏ, ਕੁਝ ਦੇਰ 'ਚ ਬੁਝ ਜਾਣੇ ਨੇ, ਕਰਤੇ ਨੇ ਦੀਪਕ ਜਗਾਏ, ਜੋ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ। ਜੋ ਕਰਤੇ ਦੀ ਇਹ तमाम ਬਨਸਪਤੀ ਦੇ ਖਿੜੇ ਹੋਏ ਫੁੱਲ ਧੂਪ ਮਲ ਆਣ ਲਓ। ਮੈਂ ਉਸ ਖੁਸ਼ਬੂ ਤੇ ਉਸ ਦੀਪਕ ਦੀ ਕਰਤੇ ਵੱਲੋਂ ਹੋ ਰਹੀ ਆਰਤੀ ਵਿੱਚ ਜੁੜਿਆ ਹੋਇਆ। ਉਹ ਆਰਤੀ ਕਰਨੀ ਨਹੀਂ ਪੈਂਦੀ, ਆਰਤੀ ਹੋ ਰਹੀ ਹੈ। ਉਸ ਅਵਸਥਾ ਵਿੱਚ ਫਿਰ ਧੂਪ ਦੀਪ ਸੇਵਾ ਗੋਪਾਲ ਉਸ ਵਾਹਿਗੁਰੂ ਜੀ ਦੀ ਸੇਵਾ ਵਿੱਚ ਜੁੜਿਆ। ਅਨਕ ਬਾਰ ਬੰਧਨ ਕਰਤਾਰ, ਬਾਰ ਬਾਰ ਬੰਦਨਾ ਕਰਦਾ, ਨਮਸਕਾਰ ਕਰਦਾ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਮੈਂ ਬੇਨਤੀ ਕਰਾਂ, ਇੱਥੇ ਬੰਦਨਾ ਵੀ ਕੀਤੀ, ਇੱਥੇ ਉਸ ਦੀ ਵਿਆਪਕਤਾ ਨੂੰ ਜਾਣਿਆ, ਸ਼ਕਤੀ ਨੂੰ ਵੀ ਜਾਣਿਆ ਵੀ ਉਹ ਸਰਬ ਕਲਾ ਸਮਰੱਥ ਹੈ। ਫਿਰ ਅੰਦਰੋਂ ਮੈਂ ਬੇਨਤੀ ਕਰਾਂ, ਇੱਕ ਮੰਗ ਕੀਤੀ, ਆਸ਼ੀਰਵਾਦ ਮੰਗਿਆ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਬੰਦਨਾ ਕਰਦਾ, ਨਮਸਕਾਰ ਕਰਦਾ, ਪਰ ਮਾਲਕ ਅਸੀਸ ਦੇਣਾ, ਮੈਂ ਮਸਤਕ ਝੁਕਾਵਾਂ ਤੇ ਤੁਹਾਡੀ ਅਸੀਸ ਨਾ ਮਿਲੇ, ਇਹ ਤੇ ਨਹੀਂ ਨਾ ਹੋ ਸਕਦਾ। ਮੈਂ ਤੁਹਾਡੇ ਅੱਗੇ ਬੰਦਨਾ ਕਰਾਂ, ਮਸਤਕ ਝੁਕਾਵਾਂ ਤੇ ਤੁਸੀਂ ਅਸੀਸ ਤਾਂ ਦਿਓਗੇ ਨਾ, ਪਰ ਮੈਨੂੰ ਇਹ ਅਸੀਸ ਦਿਓ ਵੀ ਡੋਲਣ ਤੇ ਰੱਖੋ ਪ੍ਰਭੂ, ਮੈਂ ਡੋਲ ਨਾ ਜਾਵਾਂ, ਧਰਮ ਦੀ ਦੁਨੀਆ ਵੱਲ ਚੱਲਦਿਆਂ ਡੋਲ ਨਾ ਜਾਵਾਂ, ਤੁਹਾਡੇ ਵਿਸ਼ਵਾਸ ਤੋਂ ਡੋਲ ਨਾ ਜਾਵਾਂ, ਤੁਹਾਡਾ ਭਰੋਸਾ ਅੰਦਰੋਂ ਕਿਤੇ ਡੋਲ ਨਾ ਜਾਏ। ਮਾਲਕ ਰਹਿਮਤ ਕਰ ਦਿਓ। ਮੇਰੀ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ। ਮੈਂ ਆਪ ਜੀ ਦੀ ਸੇਵਾ ਵਿੱਚ ਜੁੜਿਆ ਰਹਾ। ਨਿਮਖ ਨਿਮਖ ਨਿਸ ਨਿਸ ਪ੍ਰਮਾਨ ਹੋਏ, ਪਲ ਪਲ ਮਾਸ ਪਰਯੰਤ ਬਿਥਾਰੀ ਹੈ।
बरख बरख पर्यंत घटका बिहाए, जुग जुग जाम सम जामनी प्यारी है। कला कला कोट गुण जग मग जोत सस, प्रेम रस परबल प्रताप अधिकारी है। मन बच क्रम प्रिया सेवा सन्मुख रहो, आरस न आवे निंद्रा। आज मेरी बारी है मालिक तेरी सेवा विच इंज जुड़ जा, मेरा एक एक निमख सैकंड और रात रात जिड्डा हो जाए, ये पल पल महीने महीना जिड्डा हो जाए, मेरी एक एक घड़ी वो साल साल जिड्डी बन जाए। मैं इन्नी सेवा विच जुड़िया रहा, इन्ना सेवा विच जुड़िया रहा, मन करके भी बच कहिए, जुबान करके भी, करम कहिए, शरीर करके भी आलस ना करा। जदों तेरे दर दी सेवा करन दा सुभाग मिल जाए ते मन बच क्रम प्रिया सेवा सन्मुख रहो। आप जी दे सन्मुख रहा, मूँह ना फेड़ा, आप जी तो बेमुख ना हुआ, आप जी दी हजूरी विच रहा। ये सेवा दे कदम ने, हजूरी विच रहा। आप जी दी आग्या हुक्म भाने नूं मन्ना, ये भी एक सेवा है। आप जी दा दिता उपदेश, चूँकि आप जी दा हुक्म मनना ते सेवादार दा काम है ना। मैं बेनती करा, होवे सेवक ते मालिक दा हुक्म ना मन्ने, वो की सेवक है। पातशाह मैं आप जी दा हुक्म मन दियाँ, जैसा संसार दा परिवारक वातावरण दा कोई भाना वरते, उसनूं आप जी दी आग्या समझ के उस विच जुड़िया रहा। आप जी दा खिड़े मथे हुक्म प्रवान करदा रहा। ये भी तो एक सेवा दा ही कदम है ना। तो पातशाह हर वेले हुक्म विच रहा, हर वेले आप जी दी खिदमत करदियां खिदमतगार बनिया रहा। ऐसी कृपा कर दियो कि पातशाह जी आरस ना आवे निंद्रा। आज मेरी बारी है, अमृत वेले उठन दा आलस भी ना आए। तो जदों कदी सेवा दा सुभाग मिल जाए, सेवा करन तो भी आलस ना करा। नहीं तो हालत ये है, मत थोड़ी सेव गवाइए, मत थोड़ी होवे ते सेवा गवा लईदी है। पातशाह कृपा करना, ऐसी रहमत कर दियो। मैं आप जी दे चरनां विच वंदना करदा, आप जी दे चरनां दी सेवा विच जुड़ के मेरी ये धूप दीप ये सदा ही बनी रहे जी। प्रभ की शरण गही सब त्याग, प्रभु दी शरण विच चले गए। गही शरण पकड़ लई, गई नहीं गही, मैं शरण फड़ लई। सुरत विच पक्का विश्वास बना लिया भी आप जी दी शरणागत होके रहांगा। बाकी सब कुछ छड़ दिता, होर आसरे छड़ दिते। मैं बेनती करा, तमाम ब्रह्मंड दा मालिक मिल जाए, उस दी शरणागत होण दा राह मिल जाए, फिर होर किसे अगे जान दी लोड़ भी की रह गई थी। इस करके सगल द्वार को छाड़ के गहियो, गहियो गयो नहीं गहियो, मैं आप जी दी शरण विच आ गया। शरण पकड़ लई, गहियो तुहारो द्वार, फिर बाहें गहे की लाज अस गोबिंद दास तुहार। इस करके साहब कहते ने, मैं बाकी सब कुछ त्याग के उस वाहिगुरु जी दी शरणागत हो गया जी। गुर सो प्रसन्न भए वड भाग, गुरु खुश हो गए। गुरु आख्या मेरे सेवक ने आग्या मन लई, जो गोबिंद वाहिगुरु जी दा राह दर्शाया सी उस राह ते चल पिया, ते वड्डियां भागां वालियां ते गुरु खुश हुंदे ने। मैं एक बेनती करदी हां, गुरु ते भरोसा रख दिया, गुरु ते शरधा विश्वास रख दिया, गुरु की आग्या का पालन कर दिया। जद कदम उठाइए तो गुरु खुश हो जाते ने। ये हकीकत है। कदी धन गुरु हरकृष्ण साहब पातशाह जी दिल्ली जाते ने, मिर्जा राजा जय सिंह दर्शन दीदार करदा है, अखां वेखण वालियां होण ते परख लईदा। जे अख वेखण वाली ना होवे, मैं बेनती करा परखिया नहीं जाता, शरदा नहीं बनती।
ਭਾਵਨਾ ਵਿੱਚ ਭੇਜਿਆ ਸੀ। ਸਤਿਗੁਰਾਂ ਦੇ ਮੈਂ ਬੇਨਤੀ ਕਰਾਂ, ਅਮੋਲਕ ਦਰਸ਼ਨ ਦੀਦਾਰ, ਉਹਨਾਂ ਦੇ ਵਚਨ ਸੁਣਦਿਆਂ ਮਨ ਪਤੀਜ ਗਿਆ, ਹੱਥ ਜੋੜੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਨਾ, ਮੇਰੇ ਬੰਗਲੇ ਵਿੱਚ ਆਓ। ਇੱਧਰੋਂ ਆਪਣੀ ਰਾਣੀ ਨੂੰ ਕਹਿੰਦਾ, ਮੈਂ ਦਰਸ਼ਨ ਦੀਦਾਰ ਕੀਤੇ ਨੇ, ਵਾਹ ਵਾਹ, ਅਲੌਕਿਕ ਰੱਬੀ ਜੋਤ ਦਾ ਝਲਕਾਰਾ ਪਿਆ। ਉਮਰ ਤੇ ਬੜੀ ਛੋਟੀ ਏ, ਪਰ ਅੰਦਰ ਜੋਤ ਬੜੀ ਦੀਰਘ ਹੈ। ਰਾਣੀ ਕਹਿੰਦੀ ਏ, ਤੁਸੀਂ ਕਹਿੰਦੇ ਹੋ ਬੜੀ ਛੋਟੀ ਉਮਰ ਏ, ਪਰ ਮੈਂ ਤੇ ਤੁਹਾਡੀਆਂ ਗੱਲਾਂ ਤੇ ਇਤਬਾਰ ਨਹੀਂ ਕਰਾਂਗੀ। ਮੈਂ ਦੇਖਾਂਗੀ ਅਗਰ ਸੱਚਮੁੱਚ ਉਹਨਾਂ ਵਿੱਚ ਕੋਈ ਸ਼ਕਤੀ ਤੇ ਜੋਤ ਦੀ ਗੱਲ ਹੋਵੇ ਤੇ ਜਾਣਾਂਗੀ ਸੱਚਮੁੱਚ ਉਹ ਪੂਰਨ ਗੁਰੂ ਨੇ। ਲੈ ਆਓ ਨਾ ਆਪਣੇ ਬੰਗਲੇ ਵਿੱਚ। ਬੇਨਤੀ ਕੀਤੀ, ਬੰਗਲੇ ਵਿੱਚ ਸਤਿਗੁਰੂ ਆਉਣ ਦਾ ਬਚਨ ਕਰਦੇ ਨੇ। ਇੱਧਰੋਂ ਰਾਣੀ ਕੀ ਕਰਦੀ ਹੈ, ਆਪਣੀਆਂ ਦਾਸੀਆਂ ਨੌਕਰਾਨੀਆਂ ਨੂੰ ਇੱਕੋ ਜਿਹੇ ਸੂਟ ਪਵਾ ਕੇ, ਕੱਪੜੇ ਪਵਾ ਕੇ, ਉਹੋ ਜਿਹੇ ਕੱਪੜੇ ਆਪ ਪਾ ਕੇ ਬੈਠ ਜਾਂਦੀ ਹੈ। ਤੇ ਜਦੋਂ ਸਤਿਗੁਰੂ ਆਉਂਦੇ ਨੇ ਤੇ ਰਾਜਾ, ਹੁਣ ਗੱਲ ਤੇ ਪਹਿਲਾਂ ਗਿਣੀ ਮਿਥੀ ਸੀ, ਰਾਜਾ ਕਹਿੰਦਾ ਜੀ ਦੱਸੋ ਨਾ, ਇਹਨਾਂ ਵਿੱਚੋਂ ਮੇਰੀ ਰਾਣੀ ਕੌਣ ਹੈ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਹੱਥ ਵਿੱਚ ਇੱਕ ਛੜੀ ਫੜੀ, ਸੋਟੀ ਪਕੜੀ ਹੈ। ਉਹ ਸੋਟੀ ਇੱਕ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਤੂੰ ਰਾਣੀ ਨਹੀਂ, ਦੂਜੇ ਦੇ ਸਿਰ ਤੇ ਰੱਖ ਕੇ ਵੀ ਕਹਿੰਦੇ ਨੇ ਤੂੰ ਰਾਣੀ ਨਹੀਂ, ਤੂੰ ਰਾਣੀ ਨਹੀਂ। ਜਿੱਥੇ ਰਾਣੀ ਸੀ ਉਸ ਦੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਨੇ ਰਾਣੀ ਹੋ ਕੇ ਨੌਕਰਾਨੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕਹਿੰਦੀ ਸੈਂ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ, ਸੱਚ ਦੱਸ, ਦਰਸ਼ਨ ਕਰਨਾ ਚਾਹੁੰਦੀ ਹੈ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਹੈ? ਮੈਂ ਬੇਨਤੀ ਕਰਾਂ, ਅੱਖਾਂ ਬੇਬਲ ਹੋ ਗਈਆਂ, ਹੱਥ ਜੁੜ ਗਏ। ਤੇ ਸਤਿਗੁਰਾਂ ਇੱਕ ਗੱਲ ਆਖੀ ਸੀ, ਕਹਿਣ ਲੱਗੇ ਦੇਖ, ਅਗਰ ਪੂਰਬ ਜਨਮ ਦੇ ਕਰਮਾਂ ਕਰਕੇ ਰਾਣੀ ਬਣ ਗਈ, ਹੁਣ ਰਾਣੀ ਬਣ ਕੇ ਅਗਰ ਨਾਮ ਭਗਤੀ ਨਾ ਕੀਤਾ ਤੇ ਗੁਰੂ ਤੇ ਭਰੋਸਾ ਨਾ ਕੀਤਾ, ਰਾਣੀ ਤੋਂ ਮੁੜ ਨੌਕਰਾਨੀ ਹੋ ਜਾਏਗੀ। ਕੰਬ ਉੱਠੀ, ਹੱਥ ਜੁੜ ਗਏ, ਅੱਖਾਂ ਚੋਂ ਨੀਰ ਵਹਿ ਤੁਰਿਆ। ਪਾਤਸ਼ਾਹ ਇਹ ਨਾ ਆਖੋ, ਭੁੱਲ ਬਖਸ਼ ਦਿਓ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਅਗਰ ਗੁਰੂ ਤੇ ਭਰੋਸਾ ਕਰੀਏ ਤੇ ਖਾਲੀ ਝੋਲੀਆਂ ਭਰ ਜਾਂਦੀਆਂ ਨੇ, ਅਰੇ ਗੁਰੂ ਤੇ ਸ਼ੱਕ ਕਰੀਏ ਤੇ ਜੋ ਝੋਲੀ ਵਿੱਚ ਹੁੰਦਾ ਉਹ ਵੀ ਨਿਕਲ ਜਾਂਦਾ ਹੈ। ਇਹ ਸੱਚ ਸੀ। ਅਗਰ ਵੱਡਿਆਂ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਗੁਰੂ ਦੀ ਆਗਿਆ ਮੰਨ ਕੇ, ਗੁਰੂ ਤੇ ਭਰੋਸਾ ਰੱਖ ਕੇ ਬਖਸ਼ਿਸ਼ਾਂ ਤੇ ਝੋਲੀਆਂ ਭਰ ਜਾਂਦੀਆਂ ਨੇ। ਤਾਂ ਸਤਿਗੁਰੂ ਕਹਿੰਦੇ ਨੇ ਵਡਭਾਗੀ ਗੁਰੂ ਪ੍ਰਾਪਤ ਕਰਦੇ ਨੇ ਤੇ ਗੁਰੂ ਦੀ ਆਗਿਆ ਮੰਨਣ ਵਾਲੇ ਗੁਰੂ ਦੀ ਖੁਸ਼ੀ ਹਾਸਲ ਕਰ ਲੈਂਦੇ ਹਨ ਜੀ। ਆਠ ਪਹਿਰ ਗਾਈਐ ਗੋਬਿੰਦ, ਗੁਰੂ ਦੀ ਆਗਿਆ ਅੱਠੇ ਪਹਿਰ ਗੋਬਿੰਦ ਗਾਈਏ। ਵਾਹਿਗੁਰੂ 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 ਵਾਹਿਗੁਰੂ। ਜਪਦਿਆਂ ਜਪਦਿਆਂ ਇਹ ਵੈਖਰੀ ਬਾਣੀ ਸੀ। ਫਿਰ ਮੱਧਮਾ ਵਿੱਚ ਚਲਾ ਗਿਆ, ਉਸ ਤੋਂ ਬਾਅਦ ਪਸ਼ੰਤੀ ਵਿੱਚ ਚਲਾ ਗਿਆ। ਸਾਹ ਨਿਕਲਦਿਆਂ, ਸਾਹ ਅੰਦਰ ਜਾਂਦਿਆਂ, ਹਰ ਸਾਹ ਨਾਲ ਵਾਹਿਗੁਰੂ ਸ਼ਬਦ ਐਸਾ ਜੁੜ ਗਿਆ। ਹੁਣ ਰਸਨਾ ਦੇ ਬੋਲ ਭਾਵੇਂ ਨਾ ਵੀ ਨਿਕਲਣ, ਪਰ ਅੰਦਰ ਹਿਰਦੇ ਤੇ ਪਸ਼ੰਤੀ ਬਾਣੀ ਦੇ ਬੋਲ, ਚੂੰਕਿ 24,000 ਸਵਾਸ ਚੱਲਦੇ ਨੇ ਤੇ 24,000 ਸਵਾਸਾਂ ਵਿੱਚ 24,000 ਵਾਰੀ ਨਾਮ ਸਵਾਸਾਂ ਵਿੱਚ ਪਿਆ ਚੱਲਦਾ ਹੈ। ਆਠ ਪਹਿਰ ਗਾਈਏ ਗੋਬਿੰਦ, ਉਹ ਹਰ ਵੇਲੇ ਸਵਾਸ ਸਵਾਸ ਵਿੱਚ ਵਾਹਿਗੁਰੂ ਦੀ ਚੇਤਨਾ ਵਸਾ ਲੈਂਦਾ ਹੈ ਜੀ। ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ, ਤਨ ਵੱਲ ਖਿਆਲ ਜਾਏ ਜਾਣਿਓ ਪ੍ਰਭੂ ਦਾ, ਉਸ ਦਾ ਬਣਾਇਆ। ਜੇ ਪੈਸੇ ਵੱਲ ਧਿਆਨ ਜਾਏ, ਪੈਸਾ ਕਮਾਈਏ, ਪੈਸਾ ਵਰਤੀਏ, ਪੈਸਾ ਸੰਭਾਲੀਏ ਤੇ ਨਾਲ ਹੀ ਨਾਲ ਚੇਤਨਾ ਬਣੇ ਦਾਤਾ ਤੇਰਾ ਦਿੱਤਾ ਹੈ,
ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ। ਰਹਿਮਤ ਨਾ ਕਰਦਾ ਤੇ ਪੈਸੇ ਦਾ ਮੂੰਹ ਵੇਖਣ ਨੂੰ ਵੀ ਨਾ ਮਿਲਦਾ। ਪਾਤਸ਼ਾਹ ਧਨ ਵੀ ਤੇਰਾ ਹੈ। ਜਦੋਂ ਮੈਂ ਆਪਣੀ ਜਿੰਦ ਵੱਲ ਝਾਤ ਮਾਰਦਾ, ਜਿੰਦਾ ਸਾਹ ਚੱਲਦੇ ਨੇ, ਮੇਰਾ ਹੱਥ ਹਿਲਦਾ, ਮੇਰੀਆਂ ਅੱਖਾਂ ਫਰਕਦੀਆਂ, ਮੇਰੀ ਨਾਸਿਕਾ ਸਵਾਸ ਲੈਂਦੀ ਏ, ਮੇਰੇ ਕੰਨ ਸੁਣਦੇ ਨੇ, ਮੇਰੀ ਰਸਨਾ ਬੋਲਦੀ ਏ, ਮੇਰੀ ਤਵੱਜਾ ਸਪਰਸ਼ ਕਰਦੀ ਏ, ਅੰਦਰੋਂ ਮਨ ਦੀ ਚੇਤਨਾ ਚੱਲਦੀ ਏ। ਪਾਤਸ਼ਾਹ ਇਹ ਤਨ ਤੇਰਾ ਬਣਾਇਆ ਨਾ, ਇਸ ਵਿੱਚ ਜਿੰਦ ਵੀ ਤੇ ਤੇਰੀ ਪਾਈ ਹੈ। ਤਨ ਧਨ ਪ੍ਰਭ ਕਾ। ਇਹ ਮੈਂ ਬੇਨਤੀ ਕਰਾਂ, ਇਸ ਅਵਸਥਾ ਦੇ ਵਿੱਚ ਉਹ ਜਾਣਦਾ ਕਿ ਪ੍ਰਭੂ ਦੀ ਹੀ ਜਿੰਦ ਹੈ ਅੰਦਰ। ਇਹ ਜੋ ਜੀਵਨ ਜੀਵਾਤਮਾ ਨੂੰ ਮਿਲਿਆ, ਇਹ ਪਾਤਸ਼ਾਹ ਆਪ ਜੀ ਦਾ ਹੀ ਬਖਸ਼ਿਆ ਹੈ ਜੀ। ਰਹਾਉ। ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਰਹਾਉ ਦੇ ਬੋਲ ਪਾਤਸ਼ਾਹ ਜੀ ਉਚਾਰਨ ਕਰਕੇ ਅੱਗੇ ਫਰਮਾਨ ਕਰਦੇ ਹਨ ਜੀ। ਹਰ ਗੁਣ ਰਮਤ ਭਏ ਆਨੰਦ। ਇੱਕ ਹੈ ਗੁਣਾਂ ਦਾ ਜ਼ੁਬਾਨ ਨਾਲ ਬੋਲ ਬੋਲਣਾ। ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਵਾਹ ਵਾਹ ਕਹਿਣਾ। ਇੱਕ ਹੈ ਉਸ ਵਾਹਿਗੁਰੂ ਦੇ ਗੁਣਾਂ ਵਿੱਚ ਰਮ ਜਾਣਾ, ਲੀਨ ਹੋ ਜਾਣਾ, ਫਿਰ ਆਨੰਦ ਪ੍ਰਗਟ ਹੋਏਗਾ। ਹਰ ਗੁਣ ਰਮਤ ਭਏ ਆਨੰਦ। ਵਾਹਿਗੁਰੂ ਦੇ ਗੁਣਾਂ ਵਿੱਚ ਰਮ ਗਏ, ਲੀਨ ਹੋ ਗਏ, ਇੱਕ ਮਿਕ ਹੋ ਗਏ, ਇਹ ਸਮਝ ਲੈਣਾ ਇਥੋਂ ਆਨੰਦ ਦੀ ਉਪਜ ਹੈ ਜੀ। ਪਾਰ ਬ੍ਰਹਮ ਪੂਰਨ ਬਖਸ਼ੰਦ। ਉਹ ਪਰਮ ਬ੍ਰਹਮ ਪੂਰਨ ਹੈ, ਇੱਕ ਥਾਂ ਹੀ ਨਹੀਂ। ਮੈਂ ਬੇਨਤੀ ਕਰਾਂ, ਉਹ ਇੱਕ ਦੇਸ਼ੀ ਨਹੀਂ ਹੈ, ਉਹ ਕਿਸੇ ਇੱਕ ਵਸਤੂ ਵਿੱਚ ਨਹੀਂ ਹੈ, ਉਹ ਕਿਸੇ ਇੱਕ ਟਾਈਮ ਵਿੱਚ ਨਹੀਂ ਹੈ। ਉਸ ਨੂੰ ਕਹਿੰਦੇ ਨੇ ਦੇਸ਼ ਕਾਲ ਤੇ ਵਸਤੂ ਦੇ ਪਰਿਛੇਦ ਤੋਂ ਰਹਿਤ, ਭਾਵ 24 ਘੰਟਿਆਂ ਵਿੱਚ ਹੈ, ਹਰ ਜਗ੍ਹਾ ਤੇ ਹੈ ਤੇ ਹਰ ਵਸਤੂ ਵਿੱਚ ਹੈ। ਜੋ ਐਸਾ ਵਾਹਿਗੁਰੂ ਪੂਰਨ ਹੈ, ਉਸ ਦਾ ਇੱਕ ਸੁਭਾਅ ਹੈ ਬਖਸ਼ੰਦ ਹੈ। ਬਖਸ਼ਿਸ਼ਾਂ ਕਰ ਦਿੰਦਾ, ਗੁਨਾਹ ਬਖਸ਼ ਲੈਂਦਾ। ਬਖਸ਼ੰਦ ਦੇ ਇਹ ਦੋਨੋਂ ਕਦਮ ਮੇਰੇ ਮਾਲਕ ਦੇ ਨੇ। ਉਹ ਗੁਨਾਹ ਬਖਸ਼ ਲੈਂਦਾ, ਸ਼ਰਨਾਗਤ ਆਏ ਨੂੰ ਮੁਆਫ ਕਰ ਦਿੰਦਾ, ਤੇ ਫਿਰ ਅਕੇਲਾ ਮੁਆਫ ਹੀ ਨਹੀਂ ਕਰਦਾ, ਉਸ ਦੀ ਝੋਲੀ ਵੀ ਭਰ ਦਿੰਦਾ, ਬਖਸ਼ਿਸ਼ਾਂ ਵੀ ਕਰਦਾ। ਇਸ ਕਰਕੇ ਉਹ ਪਾਰ ਬ੍ਰਹਮ ਪੂਰਨ ਬਖਸ਼ੰਦ। ਕਰ ਕਿਰਪਾ ਜਨ ਸੇਵਾ ਲਾਏ। ਜਦੋਂ ਕਿਰਪਾ ਕਰ ਦਿੰਦਾ, ਜਨ ਬਣਾ ਕੇ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ ਜੀ। ਜਨਮ ਮਰਨ ਦੁਖ ਮੇਟ ਮਿਲਾਏ। ਦੇਖੋ, ਜੇ ਤੇ ਜੰਮਣ ਮਰਨ ਵਿੱਚ ਜਾਏਗਾ, ਵਾਹਿਗੁਰੂ ਦਾ ਮਿਲਨ ਨਹੀਂ ਹੈ, ਤੇ ਜਿਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਮੈਂ ਬੇਨਤੀ ਕਰਾਂ ਉੱਥੇ ਜੰਮਣਾ ਤੇ ਮਰਨਾ ਨਹੀਂ ਹੈ। ਕਿਉਂਕਿ ਬਾਰ-ਬਾਰ ਜਨਮ ਲੈਣਾ, ਮਰ ਜਾਣਾ, ਜਨਮ ਵੇਲੇ ਵੀ ਦੁੱਖ ਹੈ, ਮੌਤ ਵੇਲੇ ਵੀ ਦੁੱਖ ਹੈ। ਪਰ ਸੱਚ ਕਰਕੇ ਜਾਣਿਓ, ਜਿਸ ਜਨਮ ਤੇ ਮਰਨ ਦੇ ਦੋ ਕਿਨਾਰੇ ਦੁੱਖ ਵਾਲੇ ਨੇ, ਵਿਚਕਾਰ ਦੇ ਜੀਵਨ ਦਾ ਪ੍ਰਵਾਹ ਸੁਖੀ ਕਿੱਥੋਂ ਹੋਵੇਗਾ। ਪਰ ਮਾਲਕ ਨੇ ਰਹਿਮਤ ਕੀਤੀ, ਜਨਮ ਤੇ ਮਰਨ ਦੇ ਦੁੱਖਾਂ ਨੂੰ ਮਿਟਾ ਦਿੱਤਾ, ਤੇ ਰਹਿਮਤ ਕਰਕੇ ਆਪਣੇ ਨਾਲ ਵਾਹਿਗੁਰੂ ਜੀ ਨੇ ਮਿਲਾ ਲਿਆ ਜੀ। ਕਰਮ ਧਰਮ ਇਹੋ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਕਰਮ ਵੀ, ਧਰਮ ਵੀ ਤੇ ਤਤ ਗਿਆਨ, ਜੋ ਅਸਲੀ ਨਿਚੋੜ ਗਿਆਨ ਦੀ ਗੱਲ ਹੈ, ਉਹ ਕੀ ਹੈ? ਸਾਧ ਸੰਗ ਜਪੀਐ ਹਰ ਨਾਮ। ਸਾਧ ਸੰਗਤ ਦੇ ਰਾਹੀਂ ਜਦੋਂ ਵਾਹਿਗੁਰੂ ਸਿਮਰਨ ਕਰ ਲਿਆ, ਸਿਰਮੌਰ ਕਰਮਾਂ ਤੋਂ ਸਿਰਮੌਰ ਕਰਮ ਹੋ ਗਿਆ, ਸਰਬ ਧਰਮਾਂ ਤੋਂ ਸਿਰਮੌਰ ਧਰਮ ਹੋ ਗਿਆ। ਤਮਾਮ ਗਿਆਨ ਦਾ ਇਹ ਮੁੱਢਲਾ ਮੂਲ ਰੂਪ ਗਿਆਨ ਪ੍ਰਗਟ ਹੋ ਗਿਆ ਜਦੋਂ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਗਏ। ਇਹ ਗੱਲ ਸੱਚ ਹੈ। ਸਾਧ ਸੰਗਤ ਵਿੱਚ ਆ ਕੇ ਹੀ ਨਾਮ ਦੀ ਮਹਿਮਾ ਦਾ ਪਤਾ ਚੱਲਦਾ ਹੈ। ਸਾਧ ਸੰਗਤ ਦੇ ਰਾਹੀਂ ਹੀ ਨਾਮ ਜਪਿਆ ਜਾਂਦਾ ਹੈ,
ਤੇ ਗੁਰੂ ਦੀ ਬਖਸ਼ਿਸ਼ ਰਹਿਮਤ ਹੋ ਜਾਏ, ਫਿਰ ਨਾਮ ਸੁਰਤ ਚੋਂ ਵਿਸਰਦਾ ਨਹੀਂ ਹੈ ਜੀ। ਸਾਗਰ ਤਰ ਬੋਹਿਤ ਪ੍ਰਭ ਚਰਨ। ਸਤਿਗੁਰੂ ਕਹਿੰਦੇ ਸਾਗਰ ਵਿੱਚ ਡੁੱਬਣਾ ਕਿਉਂ ਹੈ? ਪਾਣੀ ਵਿੱਚ ਡੁੱਬਿਆ ਇੱਕ ਵਾਰ ਮੌਤ ਹੈ। ਇਸ ਸੰਸਾਰ ਦੇ ਸਾਗਰ ਵਿੱਚ ਡੁੱਬਿਆ 84 ਲੱਖ ਵਾਰੀ ਮੌਤ ਹੈ। ਸਾਹਿਬ ਕਹਿੰਦੇ ਨੇ ਸਾਗਰ ਤਰ, ਇਸ ਸਾਗਰ ਤੋਂ ਤਰ, ਇਸ ਵਿੱਚ ਡੁੱਬ ਨਾ। ਤੇ ਤਰਨ ਦਾ ਮੈਂ ਬੇਨਤੀ ਕਰਾਂ, ਬਾਹੂ ਬਲ ਕੰਮ ਨਹੀਂ ਆਉਂਦਾ, ਧਿਆਨ ਰੱਖਿਓ। ਛੋਟਾ ਜਿਹਾ ਪਾਣੀ ਦਾ ਪ੍ਰਵਾਹ ਹੋਵੇ, ਨਦੀ ਹੋਵੇ, ਸੂਆ ਹੋਵੇ, ਕੋਈ ਦਰਿਆ ਹੋਵੇ, ਬੰਦਾ ਤਰ ਕੇ ਲੰਘ ਸਕਦਾ ਹੈ। ਪਰ ਸਮੁੰਦਰ ਹੋਵੇ ਤੇ ਹਕੀਕਤ ਹੈ ਵੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਸਮੁੰਦਰ ਵਿੱਚ ਕੋਈ ਤਰ ਕੇ ਪਾਰ ਨਹੀਂ ਹੋ ਸਕਦਾ। ਬੋਹਿਤ ਚਾਹੀਦਾ, ਬੇੜਾ ਚਾਹੀਦਾ। ਇਸ ਸੰਸਾਰ ਸਾਗਰ ਵਿੱਚ ਬੜੀਆਂ ਬੜੀਆਂ ਲਹਿਰਾਂ ਨੇ। ਲੋਭ ਲਹਿਰ, ਅਤ ਨੀਚਰ ਬਾਜੈ, ਇੱਥੇ ਕਾਮ ਦੀ ਲਹਿਰ ਹੈ, ਇੱਥੇ ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਨੇ ਜੋ ਮਨੁੱਖ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀਆਂ ਨੇ। ਪਰ ਇੱਕ ਬੋਹਿਤ ਹੈ ਹਰੀ ਚਰਨ, ਵਾਹਿਗੁਰੂ ਦਾ ਨਾਮ। ਸਾਹਿਬ ਕਹਿੰਦੇ ਨੇ ਉਸ ਬੇੜੇ ਵਿੱਚ ਬੈਠ ਤੇ ਭਵ ਸਾਗਰ ਤੋਂ ਪਾਰ ਹੋ ਜਾ। ਇੱਥੇ ਕਿਰਾਇਆ ਨਹੀਂ ਦੇਣਾ ਪੈਂਦਾ। ਇਸ ਬੋਹਿਤ ਵਿੱਚ ਪੈਂਦਾ, ਭਾਵੇਂ ਕੋਈ ਵੀ ਹੋਵੇ। ਵਾਹਿਗੁਰੂ 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 ਸੁਰਤ ਵਿੱਚ ਬਿਠਾ ਲੈ। ਬੋਲੋ ਤਰੇਗਾ ਕਿ ਨਹੀਂ ਤਰੇਗਾ? ਇਹ ਗਰੀਬ ਤੋਂ ਗਰੀਬ ਵੀ ਜਪ ਸਕਦਾ ਕਿ ਨਹੀਂ ਜਪ ਸਕਦਾ? ਇੱਥੇ ਦੁਨੀਆ ਦੇ ਤਮਾਮ ਹਰ ਵਿਅਕਤੀ ਨੂੰ ਅਧਿਕਾਰ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਸੋ ਉਧਰੈ, ਕਲ ਮੈਂ ਘਟ ਘਟ ਨਾਨਕ ਮਾਝਾ। ਇਹ ਹਕੀਕਤ ਹੈ। ਅਗਰ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰੀਏ, ਸਾਹਿਬ ਕਹਿੰਦੇ ਨੇ ਇਸ ਭਾਵ ਸਾਗਰ ਤੋਂ ਤਰ ਜਾਈਦਾ ਹੈ ਜੀ। ਅੰਤਰ ਜਾਮੀ ਪ੍ਰਭ ਕਾਰਨ ਕਰਨ। ਉਹ ਵਾਹਿਗੁਰੂ ਅੰਤਰਜਾਮੀ ਹੈ, ਉਹ ਪ੍ਰਭੂ ਜਾਣਦਾ ਇਹ ਕਿੱਥੇ ਖਲੋਤਾ ਹੈ, ਇਸ ਦੀ ਚੇਤਨਾ ਵਿੱਚ ਕੀ ਹੈ। ਉਹ ਕਾਰਨ ਕਰਨ ਹੈ। ਤਮਾਮ ਸੰਸਾਰ ਦਾ ਮੈਂ ਬੇਨਤੀ ਕਰਾਂ, ਬਣਾਉਣ ਵਾਲਾ ਵੀ ਆਪ, ਕਾਰਨ ਵੀ ਆਪ ਹੈ। ਇਸ ਨੂੰ ਪੁਰਾਤਨ ਵਿਦਵਾਨ ਇੰਜ ਬਿਆਨ ਕਰਦੇ ਨੇ, ਸੰਸਾਰ ਦੀ ਉਤਪਤੀ ਦਾ ਮੈਂ ਬੇਨਤੀ ਕਰਦੇ ਹਾਂ ਉਪਾਦਾਨ ਕਾਰਨ। ਜਿਵੇਂ ਘੜਾ ਮਿੱਟੀ ਤੋਂ ਪੈਦਾ ਹੋਇਆ, ਉਸ ਘੜੇ ਦਾ ਉਪਾਦਾਨ ਕਾਰਨ, ਉਤਪਤੀ ਕਰਨ ਵਾਲਾ ਕਾਰਨ ਮਿੱਟੀ ਹੈ, ਪਰ ਨਿਮਿਤ ਕਾਰਨ ਘੁਮਿਆਰ ਹੈ। ਘੜੇ ਆਪੂ ਮਿੱਟੀ ਤੋਂ ਨਹੀਂ ਬਣ ਜਾਂਦੇ, ਘੁਮਿਆਰ ਬਣਾਉਂਦੇ ਨੇ। ਨਿਮਿਤ ਕਾਰਨ ਘੁਮਿਆਰ ਤੇ ਉਪਾਦਾਨ ਕਾਰਨ ਮਿੱਟੀ। ਜਿਵੇਂ ਸੋਨੇ ਤੋਂ ਗਹਿਣਾ ਬਣਿਆ, ਉਹ ਗਹਿਣੇ ਦਾ ਉਪਾਦਾਨ ਕਾਰਨ ਸੋਨਾ ਤੇ ਨਿਮਿਤ ਕਾਰਨ ਸੁਨਿਆਰ। ਪਰ ਤਮਾਮ ਸ੍ਰਿਸ਼ਟੀ ਦਾ ਉਹ ਕਾਰਨ ਕਰਨ ਵਾਹਿਗੁਰੂ ਆਪ ਹੈ। ਉਪਾਦਾਨ ਕਾਰਨ ਵੀ ਆਪ, ਨਿਮਿਤ ਕਾਰਨ ਵੀ ਆਪ। ਆਪੀ ਨੇ ਆਪ ਸਾਜਿਓ, ਆਪਣੀ ਹੀ ਇਸ ਚੇਤਨ ਸੱਤਾ ਤੋਂ ਸੰਸਾਰ ਬਣਾਇਆ। ਤੇ ਇਸ ਸੰਸਾਰ ਦੀ ਉਪਾਦਾਨ ਸ਼ਕਤੀ ਵੀ ਆਪ ਤੇ ਬਣਾਉਣ ਵਾਲਾ ਵੀ ਵਾਹਿਗੁਰੂ ਆਪ ਹੀ ਹੈ ਜੀ। ਰਾਖ ਲਈਏ ਆਪਣੀ ਕਿਰਪਾ ਧਾਰ। ਆਪਣੀ ਕਿਰਪਾ ਟਿਕਾ ਦਿੱਤੀ। ਧਾਰ ਦੇ ਅਰਥ ਨੇ ਕਿਰਪਾ ਟਿਕਾ ਦਿੱਤੀ, ਪੱਕੀ ਕਿਰਪਾ ਕਰ ਦਿੱਤੀ। ਤੇ ਆਪਣੇ ਸੇਵਕਾਂ ਨੂੰ ਰੱਖ ਲਿਆ, ਬਚਾ ਲਿਆ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਆਪੇ ਹੀ ਆਪਣੇ ਸੇਵਕਾਂ ਨੂੰ ਬਚਾ ਲੈਂਦਾ। ਮੈਂ ਬੇਨਤੀ ਕਰਾਂ ਤੁਸੀਂ ਸਿਮਰਨ ਕਰੋ, ਬੰਦਗੀ ਕਰੋ, ਵਾਹਿਗੁਰੂ ਜੀ ਦੇ ਸਮਰਪਿਤ ਹੋ ਜਾਓ। ਕਦੀ ਕਦਾਈ ਕੋਈ ਐਸਾ ਵਾਤਾਵਰਨ ਆ ਜਾਏ ਨਾ ਵੀ ਇੱਥੇ ਲੱਗੇ ਵੀ ਡੁੱਬ ਜਾਵਾਂਗੇ, ਉੱਥੇ ਕਈ ਵਾਰੀ ਕਹਿਣਾ ਵੀ ਨਹੀਂ ਪੈਂਦਾ, ਮਾਲਕ ਆਪਣੇ ਸੇਵਕ ਨੂੰ ਆਪੇ ਬਚਾ ਲੈਂਦਾ। ਆਪਣੇ ਸੇਵਕ ਕੀ ਆਪੇ ਰੱਖ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਉਸ ਦੇ ਹੋ ਜਾਇਓ, ਸ਼ਰਨਾਗਤ ਹੋ ਜਾਇਓ। ਵਾਹਿਗੁਰੂ ਆਪਣੇ ਸੇਵਕਾਂ ਨੂੰ ਆਪ ਰੱਖ ਲੈਂਦਾ ਹੈ ਜੀ। ਪੰਚ ਦੂਤ ਭਾਗੇ ਬਿਕਰਾਲ। ਪੰਚ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ये बड़े विकराल, बड़े भयानक, बड़े डरावने, बहुत उपद्रवी ने। पर साहब जी की रहमत हो गई, ये दौड़ गए। अगे मैनू दौड़ाते सी, अगे मैनू अपनी फाही विच फसाते सी। हुण नाम की शक्ति कोल, वाहिगुरू जी का सिर ते हथ, गुरु की शरण विच आ गए। हुण ये जिहड़े 5 दूत सी ये हुण दौड़ गए जी। जूए जन्म ना कबहू हार। इस कीमती जन्म नू जूए विच ना हार। मैं बेनती करा, सवास कीमती खजाना है, शरीरक शक्ति कीमती खजाना है, बुद्धि की सोच वो कीमती खजाना है। ना तो बुद्धि की सोच, ना शरीरक शक्ति ते ना सवासां नू, सिर्फ औगण विकारां विच लगा के जिंदगी दे कीमती खजाने नू हारना। इस जूए ते ये जन्म तू हारन वास्ते नहीं आया, जीवन की बाजी जितन वास्ते आया। साहब सुचेत करते ने भी जूए विच अपना जन्म ना हार। मैं बेनती करदी हाँ, बाहर भी किसी नू जूए की आदत पै गई होवे ते सच करके जानियो वो भी इस औगन तो बच जाए। जुआ किसी का ना हुआ, घर तबाह हो जाते, अरबां खरबां रुपया उजड़ जाता है। कदी 5 पांडवां वाल वेख लियो, कोई अपनी घरवाली द्रौपदी भी दाह ते ला देंदे ने। ये जूए ने बहुत कुछ दुनिया का तबाह किया है। बाहर भी आदत जूए की होवे, हार जावांगे वो भी त्याग देना, पर जिंदगी की बाजी बहुत कीमती खजाना है। इस नूं भी औगण विकारां विच लगा के इस जन्म नूं जूए विच ना हारियो जी। नानक का अंग किया करतार। ये जीवन बन जाए तो धन गुरु अर्जन देव जी कहते ने, करतार ने तुहाडा अंग कर लिया, तुहाडे पक्ष विच आ गया, तुहाडी सहायता विच आ गया, तुहाडी बांह फड़ लई। अगर सिमरन किया, वाहिगुरू की शरण में चले गए, संगत विच आए तो नाम जपिया, फिर वाहिगुरू जी हर वेले नाल नाल। ये साहब रहमत करन। अज दा पावन हुक्म सी, आओ लड़ीवार गुरु ग्रंथ साहब जी दे पावन बोलां नाल जुड़िए जी। महला पंजवा। पंडित आखाए बहुती राही, कोरड़ मोठ जनेहा। धन गुरु अर्जन देव जी कहते ने, अखाए ते पंडित 4 वेद पढ़िया होवे, 6 शास्त्र पढ़िया होवे, पर अंदरला आपा भिजे ना ते इंजा जिवें कोड़ को मोठ होवे, जिन्ना मर्जी रिन्नी जाओ उसनू अग ते उबाली जाओ, उबाली जाओ। जिवें कोरड़ू मोठ गलदा नहीं, तिवें अगर अकेला कथनी ही है, दिमागी विद्या है, ते कहते ने ओ कोरड़ू मोठ जैसा है जी। अंदर मोह नित भरम व्यापिया, तिष्टस नाही देहा। अंदर मोह है, भरम ने पकड़िया होया, भुलेखे विच जिंदगी बतीत करदा है। तिष्टस नाही, कदी रजदा नहीं, कदी तृप्त नहीं हुंदा। ते कहन लगे ऐसा पंडित अकेली विद्या पढ़न पढ़ाउण विच रह जाए, अकेला दिमागी विद्या इकट्ठी करता रहे, तो कहन लगे जिंदगी उस वाहिगुरू जी की नज़र विच प्रवान नहीं होंदी है जी। कूड़ी आवे कूड़ी जावे, माया की नित जोहा। नित माया दी खिच है, पकड़ है, अंदर अख माया वाल है। तो कहन लगे बस कूड़ी आवे कूड़ी जावे। अंदर दी सुरत झूठ विचों निकली ते झूठ तक ही पहुँच गई, ते अंदरले आपे नूं जो वाहिगुरू जी की बख्शिश प्राप्त करनी सी उस तो खाली रह गया जी। सच कहे तां छोह आवे, अंतर बहुता रोहा। अगर कोई सच की गल कह दे तो कौड़ी लगती है, बड़ा गुस्से विच रोह विच भर जाता है। तो साहब कहन लगे अगर इहो जी अवस्था में जिंदगी बतीत करे भी कूड़ वाल ते दिन रात दौड़े, तो सच की गल सुनने लिए ही तैयार ना होवे, सगों अंदर
क्रोध विच ते गुस्से विच भर जांदा होवे। व्यापिया दुर्मत कबुध कमूड़ा मन लागा तिस मोहा। दुर्मत विच व्यापिया होया है, खोटी मत है, कबुध है। मैं बेनती करा, एक है बुद्धि, एक है कबुद्धि, एक है सुबुद्धि। बुद्धि है सिर्फ दुनिया विच रहिंदा, पैसा ही कमाउंदा है, गलती नहीं करदा। कबुद्धि है औगण विकार इकट्ठे करदा है। ते सुबुद्धि है दुनिया नूं बाहर बाहर रखदा, अंदर दी मत विच गुरु दी मत बिठांदा है। पर साहब कहंदे ने व्यापिया दुरमत कबुध कमूड़ा मन लागा ते समोहा। मन विच मोह भरिया, दुरमत है, खोटी मत है, कबुध पुठी मत है, कूड़ विच व्यापिया होया। मन विच दिन रात माया दा मोह फसिया होया है जी। ठगै सेती ठग रल आया, साथ पे इक्को जेहा। दो ठग रल गए, मन भी ठग, औगण विकार भी अंदर ठग इकट्ठे कर ले। मैं बेनती करा, खोटियां विच बैठा, आप भी खोटा ते दूजियां खोटियां दी संगत विच बैठा। इंज लगा जिवें ठग नाल ठग रल आया, इक्को जिहा कहंदे साथ बन गया है जी। सतगुर सराफ नजरी विच दो कड्डै, तां उगड़ आया लोहा। बाहर दे पंडित भेख वाले, अखेला मैं बेनती करा धार्मिक पहरावे वाले, भावें अपने जीवन नूं इंज जापन भी मैं ते हीरा बनिया, मैं ते सोना हाँ। पर सतगुरु कहंदे सतगुरु सराफ है। जिवें सराफ कोल गया, लोहे ते भावें पालिश सोने दी कीती होवे ते कसौटी ते परखियां झट पता चल जांदा है ये नकली है, ये मलम है, अंदर कुछ होर। इस तरह सतगुरु परख लेंदे ने भी ये बाहरों कुछ होर है ते अंदरों ये कुछ होर है। कलगीधर पातशाह जी ने आनंदपुर साहिब के नज़दीक एक गधे ते शेर की खल पवा के छड्डिया सी ते घुमियार लभदा फिरदा मेरा गधा किधर गया। ये नज़दीक आया तो सिख दौड़े आए, महाराज शेर आ गया। तो सतगुरु गए, संगत कहंदी, सिख कहंदे महाराज खाली हथ गां वधी जांदे हो, शेर है। सतगुरु कहंदे डरो ना, जाके कन्न तो फड़ के खिंचिया। मैं बेनती करा, खल इधर शेर दी डिग पई, अंदरों हींगन लग पिया। संगत खेड़ खड़ा के हसी। सतगुरु गंभीर होए ते कहन लगे हसो ना, अपने वाल वेखो किते तुहाडी ये दशा ते नहीं है। बाहरों खल शेर दी पाई है, अंदर गधा पिया बोलदा है। बाहरों बाना पे कुछ होर, अंदर औगण विकारां दा मन खोटा गधा पिया बोलदा है। सतगुरु सराफ नदरी विच तो कड्डा तां उगड़ आया लोहा। जदों सतगुरु सराफ ने देखिया ते अंदरों लोहा प्रगट हो गया जी। बहु तेरी थाई रलाए रलाए दिता उगड़िया, पड़दा अग्गे आए खलोहा। बहु तेरी थाई रलाए रलाए दिता उगड़िया, पड़दा अग्गे आए खलोहा। भावें उस खोटे सोने नूं, लोहे दे पालिश कीते सोने नूं किते रला रला के दिओ। मैं बेनती करा, शराब ते धोखा नहीं खा जाणगे ना, वो तो पड़दा झट उसका उगड़ आएगा। इस तरह बाहरों भेख कुछ होर होवे, भेख सिੱਖੀ ਦਾ कर्म होर, वो तो बनया गुरु का चोर। मैं बेनती करा, हर धर्म वास्ते ये गल अज सतगुरु समझाते ने। किसी भी धर्म का होवे, अकेला धर्मी बाना धर्मी नहीं हुंदा, अंदर विचार धर्मी होण ते तां ही उस नूं धर्मी कहा जांदा है, नहीं ते झट उस दी परख हो जाती है जी। सतगुर की जे शरणी आवे, फिर मनूरहों कंचन होहा। अगर सतगुरु दी शरण आ जाए, मैं एक बेनती करांगा, मनूर होवे, खोटा सोना होवे, कोई दुनिया भर का सराफ नहीं, कोई दुनिया भर का सुनियारा नहीं भी उस खोटे मनूर नूं कहे मैं सोना बना देना। परख ते लेगा पर सोना नहीं बना सकेगा। पर गुरु एक ऐसे सराफ ने, अगर शरण विच आ जाए,
ਇੱਥੇ ਭੂਮੀਆਂ ਚੋਰ ਵਰਗੇ ਸੱਜਣ ਠੱਗ ਵਰਗੇ ਵੀ ਮੈਂ ਬੇਨਤੀ ਕਰਾਂ ਜ਼ਿੰਦਗੀ ਬਦਲ ਕੇ ਭਾਈ ਬਿਧੀ ਚੰਦ ਜੈਸੇ ਵੀ ਭਾਵੇਂ ਮੱਝਾਂ ਕੱਢ ਕੇ ਕਿਸੇ ਦੀਆਂ ਲਿਆਂਦੀਆਂ ਤੇ ਆ ਗਏ ਸੀ। ਮੈਂ ਬੇਨਤੀ ਕਰਾਂ ਸੰਗਤ ਵਿੱਚ ਤੇ ਸੱਚ ਸੀ ਵੀ ਗੁਰੂ ਦੀ ਰਹਿਮਤ ਨਾਲ ਗੁਰੂ ਕਾ ਸੀਨਾ ਇੱਕ ਦਿਨ ਬਣ ਗਏ ਸੀ। ਇਹ ਗੁਰੂ ਉਹ ਨੇ ਅਗਰ ਖੋਟਾ ਜੀਵਨ ਵੀ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਉਹ ਮਨੂਰੋਂ ਕੰਚਨ ਹੋਹਾ, ਉਹ ਮਨੂਰ ਜੈਸੀ ਸੜਿਆ ਹੋਇਆ ਲੋਹਾ। ਮਨੂਰ ਕਿਸ ਨੂੰ ਕਹਿੰਦੇ ਨੇ? ਲੋਹਾ ਸੜ ਗਿਆ ਜਿਹੜਾ ਲੋਹੇ ਕੰਮ ਜੋਗਾ ਵੀ ਨਾ ਰਹਿ ਗਿਆ। ਐਸਾ ਜੀਵਨ ਵੀ ਅਗਰ ਹੋਵੇ ਤੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੋਵੇ ਉਸ ਨੂੰ ਫਿਰ ਗੁਰਸਿੱਖ ਬਣਾ ਕੇ ਬੰਦਗੀ ਵਾਲਾ ਬਣਾ ਕੇ ਕੰਚਨ ਦੀ ਤਰ੍ਹਾਂ ਬਣਾ ਦਿੰਦੇ ਹਨ ਜੀ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ। ਸਤਿਗੁਰੂ ਨਿਰਵੈਰ ਨੇ, ਉਹਨਾਂ ਵਾਸਤੇ ਪੁੱਤਰ ਵੀ ਤੇ ਸ਼ਤਰੂ ਵੀ ਇੱਕੋ ਜਿਹੇ ਨੇ। ਅਗਰ ਕੋਈ ਸ਼ਰਨ ਵਿੱਚ ਆ ਜਾਏ ਤੇ ਉਹਨਾਂ ਵਾਸਤੇ ਮੈਂ ਬੇਨਤੀ ਕਰਾਂ ਗੁਰੂ ਰਹਿਮਤ ਕਰ ਦਿੰਦੇ ਹਨ ਜੀ। ਔਗਣ ਕੱਟੇ ਕਰੇ ਸੁਧ ਦੇਹਾ। ਉਹ ਔਗਣ ਕੱਟ ਦਿੰਦੇ ਨੇ। ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਮਿਲ ਗਈ, ਗੁਰੂ ਵਾਲੇ ਬਣ ਗਏ। ਮੈਂ ਬੇਨਤੀ ਕਰਾਂ ਬੱਜਰ ਕੁਰੈਤਾਂ ਤੋਂ ਬਚ ਗਏ। ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਦਾ ਜੀਵਨ ਪਵਿੱਤਰ ਕਰਕੇ ਦੇਹ ਸ਼ੁੱਧ ਕਰ ਦਿੱਤੀ। ਭਾਵ ਜ਼ਿੰਦਗੀ ਦੇ ਔਗਣ ਵਿਕਾਰ ਸਾਰੇ ਕੱਟ ਦਿੱਤੇ ਜੀ। ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸਨੇਹਾ। ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲੇਖ ਲਿਖੇ ਉਹਨਾਂ ਦਾ ਸਤਿਗੁਰੂ ਨਾਲ ਹੀ ਪਿਆਰ ਪੈਂਦਾ ਹੈ ਜੀ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਇਹ ਅੰਮ੍ਰਿਤ ਬਾਣੀ ਹੈ ਰੱਬ ਦੇ ਘਰ ਦੀ, ਜਿਸ ਤੇ ਕਿਰਪਾ ਦ੍ਰਿਸ਼ਟੀ ਹੋ ਜਾਏ ਬਾਣੀ ਹਿਰਦੇ ਵਿੱਚ ਉਹਨਾਂ ਦੇ ਵਸ ਜਾਂਦੀ ਹੈ ਜੀ। ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ। ਉਹਨਾਂ ਦਾ ਆਮਨ ਜਾਣਾ ਕੱਟਿਆ ਜਾਂਦਾ ਹੈ, ਸਦਾ ਹੀ ਸੁੱਖਾਂ ਭਰੀ ਜ਼ਿੰਦਗੀ ਉਹਨਾਂ ਦੀ ਬਣ ਜਾਂਦੀ ਹੈ। ਇਹ ਸਾਹਿਬ ਰਹਿਮਤ ਕਰਨ ਪਾਵਨ ਸ਼ਬਦ ਹਿਰਦੇ ਵਿੱਚ ਵਸੇ, ਆਮਨ ਜਾਣਾ ਕੱਟਿਆ ਜਾਏ, ਹਿਰਦਾ ਸ਼ੁੱਧ ਹੋ ਜਾਏ, ਗੁਰੂ ਕੇ ਸ਼ਬਦ ਨਾਲ ਆਪਾਂ ਜੁੜ ਜਾਏ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਆਓ ਸਾਹਿਬ ਦੀ ਅਸੀਸ ਤੇ ਬਖਸ਼ ਪ੍ਰਾਪਤ ਕਰਦੇ ਹਾਂ। ਪਾਵਨ ਦੋ ਪੰਕਤੀਆਂ ਦਾ ਜਪ ਸ਼ਰਵਨ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।